ਨੰਬਰ 1 ਕੇਜਰੀਵਾਲ ਦਿੱਲੀੋਂ ਰੱਸੀ ਖਿੱਚ ਕੇ ਕਠਪੁਤਲੀਆਂ ਨਚਾਏਗਾ ਇੱਥੇ। ਨੰਬਰ 2 ਪੰਜਾਬ ਨੂੰ ਸੀੜੀ ਬਣਾਏਗਾ ਆਪਣੀ ਅੱਗੇ ਉੱਤੇ ਚੜਨ ਦੀ ਕੇਂਦਰ ਦੇ ਵਿੱਚ। ਤੀਜੀ ਗੱਲ ਜਿਹੜੀ ਮੈਨੂੰ ਦਿੱਲੀੋਂ ਪਤਾ ਲੱਗੀ ਹੈ ਕਿ ਮਮਤਾ ਬੈਨਰਜੀ ਬੜੇ ਨਾਰਾਜ਼ ਨੇ। ਉਹਨਾਂ ਨੂੰ ਦੀਦੀ ਦੀਦੀ ਇਹ ਕਰਦੇ ਸੀਗੇ, ਹੁਣ ਕਹਿ ਦਿੱਤਾ ਮੈਂ ਉੱਥੇ ਜਾ ਕੇ ਵੀ ਇਲੈਕਸ਼ਨਾਂ ਲੜਨੀਆਂ। ਤਾਂ ਦੀਦੀ ਬੜੀ ਹਰਖ 'ਚ ਹੈ। ਪੰਜਾਬ ਦੀ ਇੱਜ਼ਤ ਤੇ ਆਟੋਨਮੀ ਕਿੱਥੇ ਰਹਿ ਗਈ ਕਿ ਚੀਫ ਮਿਨਿਸਟਰ ਨੂੰ ਉੱਥੇ ਇੱਕ ਕੁਰਸੀ ਦੇ ਕੇ ਬਿਠਾ ਕੇ ਉਹ ਚੀਫ ਮਿਨਿਸਟਰ ਨੂੰ ਗਵਰਨਰ ਸਾਹਿਬ ਨੂੰ ਕਹਿਣਾ ਚਾਹੀਦਾ ਜਨਾਬ ਤੁਸੀਂ ਆਪਣਾ ਕੰਮ ਕਰੋ, ਚੰਡੀਗੜ੍ਹ ਨੂੰ ਚਲਾ ਲਓ ਜੇ ਤੁਹਾਨੂੰ ਹੋਰ ਕੋਈ ਖਿਲਾਉਣਾ ਨਹੀਂ ਹੈ। ਤੁਸੀਂ ਯੂਕਰੇਨ ਚੋਂ ਲਓ, ਉਹ ਵੀ ਭਗਵੰਤ ਮਾਨ ਦੀ ਤਰ੍ਹਾਂ ਹੱਸੀ ਮਜ਼ਾਕ ਕਰਦਾ ਸੀ ਟੈਲੀਵਿਜ਼ਨ ਤੇ। ਜ਼ੈਲੈਂਸਕੀ ਉਹ ਮੇਰੇ ਖਿਆਲ ਪੁਟਿਨ ਸਾਹਿਬ ਰੂਸ ਦੇ ਪ੍ਰਧਾਨ ਰਾਸ਼ਟਰਪਤੀ ਨੇ ਸੋਚਿਆ ਕਿ ਐਵੇਂ ਮਜ਼ਾਕੀਆ ਜਾਏ ਇਹਨੇ ਕੀ ਕਰਨਾ, ਉਹ ਅੜ ਗਿਆ, ਉੱਥੋਂ ਦਾ ਚਰਚਲ ਬਣ ਗਿਆ ਉਹ ਜੀ। ਉਹ ਐਡਾ ਪਪੂਲਰ ਹੋ ਗਿਆ ਜਦ ਉਹਨੂੰ ਅਮਰੀਕਨਾਂ ਨੇ ਕਿਹਾ ਕਿ ਤੈਨੂੰ ਕੱਢ ਲੈਣੇ ਆ ਕੀਵ ਚੋਂ, ਕਹਿੰਦਾ ਮੈਨੂੰ ਊਬਰ ਨਹੀਂ ਚਾਹੀਦੀ, ਮੈਨੂੰ ਹਥਿਆਰ ਭੇਜੋ। ਗਿਆਨੀ ਨੇ ਕਿਹਾ ਜੇ ਮੈਨੂੰ ਇੰਦਰਾ ਗਾਂਧੀ ਝਾੜੂ ਵੀ ਕਹੂ ਤੇ ਮੈਂ ਫੇਰ ਦੂੰ। ਉਹੀ ਗਿਆਨੀ ਜੀ ਨੇ ਪਿਛਲੇ 7 ਮਹੀਨਿਆਂ 'ਚ ਨਾਕਰ ਗੜਵਾਤਾ ਰਾਜੀਵ ਗਾਂਧੀ ਦਾ। ਭਗਵੰਤ ਸਿੰਘ ਮਾਨ, ਆਈ ਡੋਨਟ ਨੋ ਉਹਨੂੰ ਭਗਵੰਤ ਮਾਨ ਕਿਉਂ ਕਹੀ ਜਾਂਦੇ ਹਾਲੇ, ਜਾਂ ਤਾਂ ਸਾਫਾ ਲਾ ਦੇ ਜਾਂ ਸਿੰਘ ਕਹਿਣਾ ਸ਼ੁਰੂ ਕਰ ਲੈ। ਸਵਾਗਤ, ਮੈਂ ਹਰਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਭਾਰਤ ਦੇ ਸਾਬਕਾ ਅੰਬੈਸਡਰ ਸਰਦਾਰ ਕੇਸੀ ਸਿੰਘ। ਸਰਦਾਰ ਸਾਹਿਬ ਜੀ ਆਇਆ। ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਔਰ ਤੁਹਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ, ਇੱਕ ਅਰਸੇ ਬਾਅਦ ਜੁੜ ਰਹੇ ਆ ਔਰ ਜਦੋਂ ਦੀ ਕੇਜਰੀਵਾਲ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਆ, ਖੁੱਲ ਕੇ ਗੱਲ ਨਹੀਂ ਹੋਈ ਕਿਉਂਕਿ ਤੁਸੀਂ ਬਹੁਤ ਦੂਰਦ੍ਰਿਸ਼ਟੀ ਨਾਲ ਵੀ ਦੇਖਦੇ ਹੋ, ਬਰੀਕ ਨਜ਼ਰ ਵੀ ਰੱਖਦੇ ਹੋ। ਇਹ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੇ ਜੇ ਮੈਂ ਤੁਹਾਡੀ ਟਿੱਪਣੀ ਲੈਣੀ ਹੋਵੇ, ਮੈਨੂੰ ਪਤਾ ਦਿਲਚਸਪ ਰਹਿਣ ਵਾਲੀ ਹੈ, ਕਿਵੇਂ ਫੀਲ ਕੀਤਾ ਹੈ? ਕਿਉਂਕਿ ਸਰਕਾਰਾਂ ਦੇ ਵਿੱਚ ਵੀ ਰਹੇ ਹੋ ਤੇ ਸਰਕਾਰਾਂ ਨੂੰ ਬਾਹਰੋਂ ਵੀ ਦੇਖਿਆ, ਹਰ ਤਰ੍ਹਾਂ ਦੀਆਂ ਗਵਰਨਮੈਂਟਸ, ਕਿਉਂਕਿ ਇਹ ਵਿਭਿੰਨਤਾ ਹੈ ਭਾਰਤ ਦੀ ਔਰ ਹਰ ਸਟੇਟ ਦੇ ਵਿੱਚ ਵੱਖਰੇ ਵੱਖਰੇ ਲਿਹਾਜ਼ ਤੇ ਵੱਖਰੇ ਵੱਖਰੇ ਤੌਰ ਤਰੀਕਿਆਂ ਵਾਲੀਆਂ ਸਰਕਾਰਾਂ ਆਈਆਂ ਔਰ ਇਹ ਕ੍ਰਾਂਤੀਕਾਰੀ ਨੇ, ਇਨਕਲਾਬੀ ਲੋਕ ਨੇ, ਬਦਲਾਅ ਲਈ ਆਏ ਹੋਏ ਲੋਕ ਆ ਜਿਹੜੇ ਕਰਪਸ਼ਨ ਦੇ ਖਿਲਾਫ ਦਿੱਲੀੋਂ ਤੁਰਦੇ ਆ ਔਰ ਦਿੱਲੀ ਤੋਂ ਹੁਣ ਪੰਜਾਬ ਦੇ ਵਿੱਚ ਦਸਤਕ, ਇਸ ਤੋਂ ਬਾਅਦ ਹਰਿਆਣਾ, ਹਿਮਾਚਲ, ਗੁਜਰਾਤ ਉਹਨਾਂ ਦਾ ਇੱਕ ਵੱਡਾ ਨਿਸ਼ਾਨਾ ਹੈ। ਤੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਦਿਸ਼ਾ ਠੀਕ ਜਾ ਰਹੀ ਹੈ? ਤੁਹਾਨੂੰ ਲੱਗਦਾ ਹੈ ਕਿ ਇਹ ਆਉਂਦੇ ਸਮੇਂ 'ਚ ਕਾਂਗਰਸ ਦਾ ਸਥਾਨ ਲੈ ਜਾਣਗੇ, ਇਹ ਬੀਜੇਪੀ ਲਈ ਥ੍ਰੈਟ ਬਣ ਸਕਣਗੇ? ਇਹ ਜਿਹੜਾ ਸ਼ਰੀਕਾ ਹੈ ਦਿੱਲੀ ਦੇ ਵਿੱਚ ਮੋਦੀ ਬਨਾਮ ਕੇਜਰੀਵਾਲ ਚੱਲਣਾ ਸ਼ੁਰੂ ਹੋ ਜਾਊਗਾ, ਕਿਵੇਂ ਫੀਲ ਕਿਵੇਂ ਕਰ ਰਹੇ ਹੋ? ਦੇਖੋ, ਆਮ ਤੌਰ ਤੇ ਨਵੀਂ ਸਰਕਾਰ ਨੂੰ ਤੁਸੀਂ ਕਹਿੰਦੇ ਹੋ ਕਿ 5-6 ਮਹੀਨੇ ਕੁਛ ਨਾ ਕਹੋ, ਇਹਨਾਂ ਨੇ ਜਿਹੜੇ ਵਾਅਦੇ ਕੀਤੇ ਹੈ ਉਹਦੇ ਬਾਅਦ ਦੇਖਾਂਗੇ ਨਿਭਾ ਸਕੇ ਹੈ ਕਿ ਨਹੀਂ ਨਿਭਾ ਸਕੇ। ਆਪਾਂ ਵਾਅਦਿਆਂ ਦੀ ਗੱਲ ਨਹੀਂ ਕਰਦੇ, ਵਾਅਦੇ ਤਾਂ ਲੱਗ ਜਾਣਗੇ ਪਤਾ। ਹੁਣੇ ਕਿਸੇ ਨੇ ਟਵੀਟ ਕੀਤਾ ਕੱਲ ਮੋਗੇ 'ਚ 12 ਘੰਟੇ ਦਾ ਪਾਵਰ ਕੱਟ ਸੀ ਜੀ। ਸੋ ਉਹ ਵਾਅਦੇ ਤਾਂ ਬਾਅਦ 'ਚ ਦੇਖਾਂਗੇ, ਲੇਕਿਨ ਉਹਨਾਂ ਦਾ ਤਰੀਕਾ ਕੀ ਹੈ? ਕਿਉਂਕਿ ਸਾਰਿਆਂ ਤੋਂ ਵੱਡਾ ਖਤਰਾ ਜਿਹੜਾ ਸੀ ਕਿ ਇੱਕ ਨੰਬਰ 1 ਕੇਜਰੀਵਾਲ ਦਿੱਲੀੋਂ ਰੱਸੀ ਖਿੱਚ ਕੇ ਕਠਪੁਤਲੀਆਂ ਨਚਾਏਗਾ ਇੱਥੇ। ਨੰਬਰ 2 ਪੰਜਾਬ ਨੂੰ ਸੀੜੀ ਬਣਾਏਗਾ ਆਪਣੀ ਅੱਗੇ ਉੱਤੇ ਚੜਨ ਦੀ ਕੇਂਦਰ ਦੇ ਵਿੱਚ। ਪਹਿਲੀ ਗੱਲ ਪਹਿਲਾਂ ਲੈ ਲਈਏ, ਦੇਖੋ ਹਿਮਾਚਲ ਦੇ ਵਿੱਚ ਹੁਣ ਤਾਂ ਹੀ ਤਾਂ ਬੀਜੇਪੀ ਸਮਝਦੀ ਸੀ ਇਹ ਕਾਂਗਰਸ ਦਾ ਨੁਕਸਾਨ ਕਰ ਰਿਹਾ ਹੈ। ਦਿੱਲੀ 'ਚ ਇਹਨੂੰ ਘੇਰਿਆ ਹੋਇਆ ਸੀ, ਇਹਦੇ ਹੱਥ ਬੰਨੇ ਹੋਏ ਸੀ ਇਹਨਾਂ ਨੇ, ਲੇਕਿਨ ਉਹਦੇ ਬਾਹਰ ਇਹਨੂੰ ਖੁੱਲਾ ਛੱਡਿਆ ਸੀ ਕਿ ਗੋਆ 'ਚ ਜਾਏਗਾ, ਕਾਂਗਰਸ ਨੂੰ ਹਰਵਾਏਗਾ, ਗੁਜਰਾਤ 'ਚ ਕੋਈ ਬਹੁਤਾ ਨਹੀਂ ਹੋਣ ਵਾਲਾ। ਲੇਕਿਨ ਹੁਣ ਹਿਮਾਚਲ 'ਚ ਜਿਸ ਤਰੀਕੇ ਨਾਲ ਅੱਧੀ ਰਾਤੋਂ ਇਹਨਾਂ ਦੇ ਪ੍ਰਧਾਨ ਨੂੰ, ਬੀਜੇਪੀ ਨੇ ਪ੍ਰਧਾਨ ਤੇ ਉਹਦੀ ਟੀਮ ਨੂੰ ਇੱਕਦਮ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ, ਇਹਦਾ ਮਤਲਬ ਹੁਣ ਉਹ ਖਤਰਾ ਮਹਿਸੂਸ ਕਰ ਰਹੇ ਨੇ, ਹੁਣ ਸੀਰੀਅਸਲੀ ਲੈ ਰਹੇ ਨੇ। ਦੂਸਰਾ, ਮੈਂ ਅੱਗੇ ਵੀ ਤੁਹਾਡੇ ਪ੍ਰੋਗਰਾਮ 'ਚ ਕਿਹਾ ਸੀ ਕਿ ਕੇਜਰੀਵਾਲ ਸਾਹਿਬ ਨੇ ਜਿਹੜਾ ਸਿੱਧਾ ਨਿਸ਼ਾਨਾ ਸਿੱਧਾ ਇਹਨਾਂ ਤੇ ਆਪਣੀ ਅਸੈਂਬਲੀ ਦੇ ਅੰਦਰ, ਉਸ ਤੋਂ ਜ਼ਾਹਰ ਹੋ ਗਿਆ ਸੀਗਾ ਕਿ ਹੁਣ ਇਹਨਾਂ ਦਾ ਮਨੋਬਲ ਬਹੁਤ ਉੱਤੇ ਹੋ ਗਿਆ ਪੰਜਾਬ ਦੇ ਬਾਅਦ। ਇਹ ਸਮਝਦੇ ਹੁਣ ਮੈਂ ਜਾਂ ਮੋਦੀ। ਤੀਜੀ ਗੱਲ ਜਿਹੜੀ ਮੈਨੂੰ ਦਿੱਲੀੋਂ ਪਤਾ ਲੱਗੀ ਹੈ ਕਿ ਮਮਤਾ ਬੈਨਰਜੀ ਬੜੇ ਨਾਰਾਜ਼ ਨੇ। ਉਹਨਾਂ ਨੂੰ ਦੀਦੀ ਦੀਦੀ ਇਹ ਕਰਦੇ ਸੀਗੇ, ਹੁਣ ਕਹਿ ਦਿੱਤਾ ਮੈਂ ਉੱਥੇ ਜਾ ਕੇ ਵੀ ਇਲੈਕਸ਼ਨਾਂ ਲੜਨੀਆਂ। ਤਾਂ ਦੀਦੀ ਬੜੀ ਹਰਖ 'ਚ ਹੈ ਕਿ ਇਹ ਛੋਟਾ ਭਾਈ ਸੀ, ਇਹ ਕੀ ਕਰਨ ਲੱਗਿਆ। ਦੇਖੋ, ਜਦ ਸੁਪਨੇ ਪ੍ਰਧਾਨ ਮੰਤਰੀ ਦੇ ਕੁਰਸੀ ਦੇ ਅੱਗੇ ਨਜ਼ਰ ਆਉਂਦੇ ਤੁਹਾਨੂੰ, ਤੁਸੀਂ ਬੜਾ ਕੁਝ ਕਰਦੇ ਹੋ, ਬੜੇ ਬੰਦਿਆਂ ਨੂੰ ਛੱਡਦੇ ਹੋ। ਸੋ ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਹੈ ਤੌਰ ਤਰੀਕਾ, ਉਹ ਬਹੁਤ ਜ਼ਰੂਰੀ ਹੈ, ਕਿਸ ਤਰੀਕੇ ਨਾਲ ਇਹ ਕਠਪੁਤਲੀ ਬਣਾ ਰਹੇ ਕਿ ਨਹੀਂ। 3 ਚੀਜ਼ਾਂ ਹੈ ਇਹਦੇ 'ਚ। ਪਹਿਲੀ ਗੱਲ, ਭਗਵੰਤ ਮਾਨ ਜਦ ਗਵਰਨਰ ਨੇ ਦਖਲ ਅੰਦਾਜ਼ੀ ਆਪਣੀ ਵਧਾਈ, ਪ੍ਰੈਜ਼ੀਡੈਂਟਸ ਰੂਲ ਤਾਂ ਲੱਗਿਆ ਨਹੀਂ ਹੋਇਆ, ਔਰ ਸਰਹੱਦ ਦੇ ਡਿਸਟ੍ਰਿਕਟਸ 'ਚ ਜਾ ਕੇ
ਉਹਨੇ ਇੱਕ ਮੀਟਿੰਗ ਲਈ ਜਿੱਥੇ ਸੈਂਟਰ ਦੇ ਪੁਲਿਸ ਦੇ ਬੰਦੇ ਆਏ ਤੇ ਪੰਜਾਬ ਪੁਲਿਸ ਦੇ, ਔਰ ਚੀਫ ਮਿਨਿਸਟਰ ਨੂੰ ਵਿੱਚ ਇੱਕ ਤਰ੍ਹਾਂ ਨਾਲ ਜੂਨੀਅਰ ਬਣਾ ਕੇ ਬਿਠਾ ਕੇ ਉਹਨੇ ਮੀਟਿੰਗ ਕੰਡਕਟ ਕੀਤੀ। ਕੀ ਉਹਦਾ ਹੱਕ ਹੈ ਇਸ ਮੀਟਿੰਗ ਦਾ? ਕੀ ਕੈਪਟਨ ਅਮਰਿੰਦਰ ਚਲੇ ਜਾਂਦੇ ਮੀਟਿੰਗ 'ਚ, ਜਾਂ ਪ੍ਰਕਾਸ਼ ਸਿੰਘ ਬਾਦਲ ਚਲੇ ਜਾਂਦੇ, ਜਾਂ ਦਿੱਲੀ ਤੋਂ ਕੋਈ ਹਦਾਇਤ ਆਈ ਹੈ ਕਿ ਛੇੜੋ ਨਾ ਸੈਂਟਰ ਨੂੰ, ਕਿਉਂਕਿ ਕੇਜਰੀਵਾਲ ਸਾਹਿਬ ਤਾਂ ਮਗਰਮੱਛ ਦੇ ਨਾਲ ਤਲਾਸ਼ ਹੀ ਰਹਿੰਦੇ ਨੇ, ਸੋ ਉੱਥੇ ਪੰਗਾ ਨਹੀਂ ਲੈਣਾ ਚਾਹੁੰਦੇ। ਭਗਵੰਤ ਮਾਨ ਨੂੰ ਕਿਹਾ ਕੋਈ ਨਹੀਂ, ਪੰਜਾਬ ਦੀ ਥੋੜੀ ਮੋਟੀ ਬੇਇੱਜ਼ਤੀ ਹੁੰਦੀ ਹੈ, ਕੋਈ ਗੱਲ ਨਹੀਂ। ਆਟੋਨਮੀ ਕਿੱਥੇ ਰਹਿ ਗਈ? ਪੰਜਾਬ ਦੀ ਇੱਜ਼ਤ ਤੇ ਆਟੋਨਮੀ ਕਿੱਥੇ ਰਹਿ ਗਈ ਕਿ ਚੀਫ ਮਿਨਿਸਟਰ ਨੂੰ ਉੱਥੇ ਕੁਰਸੀ ਦੇ ਕੇ ਬਿਠਾ ਕੇ, ਉਹ ਚੀਫ ਮਿਨਿਸਟਰ ਨੂੰ, ਗਵਰਨਰ ਸਾਹਿਬ ਨੂੰ ਕਹਿਣਾ ਚਾਹੀਦਾ, ਜਨਾਬ ਤੁਸੀਂ ਆਪਣਾ ਕੰਮ ਕਰੋ, ਚੰਡੀਗੜ੍ਹ ਨੂੰ ਚਲਾ ਲਓ ਜੇ ਤੁਹਾਨੂੰ ਹੋਰ ਕੋਈ ਖਿਲਾਉਣਾ ਨਹੀਂ ਹੈ। ਪੰਜਾਬ ਦੀ ਪੁਲਿਸ ਮੇਰੇ ਥੱਲੇ ਹੈ, ਔਰ ਸੈਂਟਰ ਦੀ ਪੁਲਿਸ ਜੇ ਆਏਗੀ ਸਾਡੇ ਨਾਲ ਗੱਲ ਕਰੇ, ਤੁਸੀਂ ਰੈਫਰੀ ਕੌਣ ਬਣਦੇ ਹੋ ਵਿੱਚ? ਗਵਰਨਰ ਸਾਹਿਬ ਨੇ ਇਹ ਵੀ ਕਿਹਾ ਮੈਂ ਹੋਰ ਵੀ ਕਰਨੀ ਹੈ ਮੀਟਿੰਗਸ, ਤੇ ਇਹ ਪੰਜਾਬ ਦੀਆਂ ਇਹਨਾਂ ਨੇ ਲੱਤਾਂ ਵੱਢ ਕੇ ਥੱਲੇ ਕਰ ਦਿੱਤਾ। ਇਹ ਬੜੀ ਅਫਸੋਸ ਦੀ ਗੱਲ ਹੈ। ਦੂਜੀ ਗੱਲ ਜਿਹੜਾ ਸਰਦਾਰ ਸਾਹਿਬ, ਜਿਹੜੀ ਗੱਲ ਅੱਜ ਰੌਲੇ 'ਚ ਹੈ, ਬਹੁਤ ਵੱਡਾ ਰੌਲਾ ਹੈ, ਔਰ ਕਿਸੇ ਵੀ ਪਾਰਟੀ ਨੇ ਉਹਦੇ ਤੇ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਿਆ। ਇਹ ਗੱਲ ਪ੍ਰਤਾਪ ਸਿੰਘ ਬਾਜਵਾ ਤੋਂ ਚੱਲਦੀ ਹੋਈ ਹੁਣ ਮਨੋਰੰਜਨ ਕਾਲੀਆ ਤੱਕ ਪਹੁੰਚੀ ਆ ਕਿ ਕੇਜਰੀਵਾਲ ਪੰਜਾਬ ਦੇ ਅਫਸਰਾਂ ਦੀ ਮੌਜੂਦਾ ਮੁੱਖ ਮੰਤਰੀ ਔਰ ਬਿਜਲੀ ਮੰਤਰੀ ਦੀ ਗੈਰ ਹਾਜ਼ਰੀ ਦੇ ਵਿੱਚ ਮੀਟਿੰਗ ਲੈ ਰਿਹਾ। ਇਹ ਰੌਲਾ ਬਹੁਤ ਪਿਆ, ਬਹੁਤ ਇਲਜ਼ਾਮ ਲੱਗ ਰਿਹਾ ਕਿ ਕੇਜਰੀਵਾਲ ਸਾਹਿਬ ਨੂੰ ਕੀ ਹੱਕ ਹੈ ਕਿ ਉਹ ਦੂਜੀ ਸਟੇਟ ਦੇ ਚੀਫ ਸੈਕਟਰੀ ਨਾਲ ਬੈਠਣ ਜਾਂ ਉੱਥੋਂ ਦੇ ਬਿਜਲੀ ਨਿਗਮ ਦੇ ਚੇਅਰਮੈਨ ਨੂੰ ਬਿਠਾਉਣ, ਜਦੋਂ ਕਿ ਉੱਥੋਂ ਦਾ ਮੁੱਖ ਮੰਤਰੀ ਔਰ ਬਿਜਲੀ ਮੰਤਰੀ ਗੈਰ ਹਾਜ਼ਰ ਹੋਵੇ। ਇਸ ਰੌਲੇ ਨੇ ਵੀ ਕਾਫੀ ਅੱਜ ਵਿਸਥਾਰ ਲੈ ਲਿਆ। ਪਹਿਲਾਂ ਤਾਂ ਲੱਗਦਾ ਸੀ ਜਿਵੇਂ ਉਹਨਾਂ ਦੇ ਟਰਾਂਸਪੋਰਟ ਮਿਨਿਸਟਰ ਕਹਿਣ ਲੱਗੇ ਭੁੱਲਰ ਸਾਹਿਬ ਕਿ ਫਿਰ ਕੀ ਹੋਇਆ, ਉਹ ਸਾਡੇ ਸੁਪਰੀਮੋ ਨੇ, ਉਹਨਾਂ ਨੂੰ ਹੱਕ ਹੈ ਕਿ ਉਹ ਅਫਸਰਾਂ ਦੀ ਮੀਟਿੰਗ ਲੈਣ। ਪਰ ਜਿਹੜਾ ਮੁੱਦਾ ਉਠਾ ਰਹੀਆਂ ਨੇ ਵਿਰੋਧੀ ਪਾਰਟੀਆਂ, ਤੁਹਾਨੂੰ ਲੱਗਦਾ ਉਹਦੇ 'ਚ ਦਮ ਹੈਗਾ? ਕੇਜਰੀਵਾਲ ਸਾਹਿਬ ਵੈਸੇ ਮੀਟਿੰਗ ਲੈ ਸਕਦੇ ਆ? ਤੁਸੀਂ ਵੀ ਅਫੀਸਰ ਰਹੇ ਹੋ, ਤੁਸੀਂ ਰਾਸ਼ਟਰਪਤੀ ਭਵਨ 'ਚ ਕੰਮ ਕੀਤਾ ਹੈ, ਵਿਦੇਸ਼ ਮੰਤਰਾਲੇ 'ਚ ਕੀਤਾ ਹੈ, ਔਰ ਤੁਸੀਂ ਸਟੇਟਾਂ ਦੇ ਵਿੱਚ ਬਤੌਰ ਪਾਸਪੋਰਟ ਅਫੀਸਰ ਵੀ ਰਹੇ ਹੋ, ਤੁਸੀਂ ਲੋਕਲ ਲੀਡਰਸ਼ਿਪ ਨਾਲ ਵੀ ਵਿਚਰਦੇ ਰਹੇ ਹੋ। ਵੈਸੇ ਤੁਹਾਡਾ ਮੰਨਣਾ ਕੀ ਇਹਦੇ 'ਚ ਪ੍ਰੋਟੋਕਾਲ ਕੀ ਹੁੰਦਾ? ਦੇਖੋ, ਜਦ ਇਹ ਕੁਝ ਹੋ ਰਿਹਾ ਹੈ, ਦੂਜੇ ਪਾਸੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਸਟਾਲਿਨ ਸਾਹਿਬ ਤੇ ਕੇਰਲਾ ਦੇ ਚੀਫ ਮਿਨਿਸਟਰ ਇਕੱਠੇ ਹੋ ਕੇ ਉਹਨਾਂ ਨੇ ਦੁਹਾਈ ਪਾਈ ਹੈ ਫੈਡਰਲਿਜ਼ਮ ਦੀ, ਕਿ ਕੇਂਦਰ ਦੀ ਸਰਕਾਰ ਸੂਬਿਆਂ ਦੇ ਹੱਕਾਂ ਦੇ ਉੱਤੇ ਆਪਣਾ ਕਾਬੂ ਪਾ ਰਹੀ ਹੈ। ਜੇ ਉਹ ਅਸੀਂ ਕੇਂਦਰ ਦੀ ਸਰਕਾਰ ਨੂੰ ਕਹਿੰਦੇ ਆ ਤਾਂ ਕੇਜਰੀਵਾਲ ਸਾਹਿਬ ਨੂੰ ਕੀ ਹੱਕ ਹੈ? ਇੱਕ ਭਾਵੇਂ ਸੁਪਰੀਮੋ ਹੋਵੇ, ਸੋਨੀਆ ਗਾਂਧੀ ਨੇ ਕਦੇ ਮੀਟਿੰਗ ਲਈ ਸੀ? ਮੈਂ ਤਾਂ ਸੁਣੀ ਨਹੀਂ ਕਦੇ ਇੱਥੋਂ ਦੇ ਅਫਸਰ ਬੁਲਾ ਕੇ ਮੀਟਿੰਗ ਲਈ ਹੋਵੇ। ਉਹ ਪਾਰਟੀ ਦਾ ਹੈਡ ਹੈ, ਐਜ਼ ਪਾਰਟੀ ਹੈਡ ਉਹ ਇੱਥੋਂ ਦਾ ਜਿਹੜਾ ਪਾਰਟੀ ਦਾ ਹੈਡ ਹੈ ਉਹਨੂੰ ਬੁਲਾ ਸਕਦਾ ਹੈ, ਆਪਣੇ ਪਾਰਟੀ ਦੇ ਬੰਦਿਆਂ ਨੂੰ ਬੁਲਾ ਸਕਦਾ ਹੈ। ਲੇਕਿਨ ਐਜ਼ ਚੀਫ ਮਿਨਿਸਟਰ ਇੱਥੋਂ ਦੀ ਮੀਟਿੰਗ, ਔਰ ਇਹ ਹੀ ਨਹੀਂ ਹੈ ਜੋ ਮੇਰੇ ਸੁਣਨ ਚ ਆਇਆ, ਵੀਡੀਓ ਕਾਨਫਰੰਸਾਂ ਵੀ ਹੋ ਰਹੀਆਂ। ਉਹਨਾਂ ਨੇ ਵੀਡੀਓ ਕਾਨਫਰੰਸ ਫੈਸਿਲਿਟੀ ਸੈਟਅਪ ਕੀਤੀ ਹੈ, ਔਰ ਸਿੱਧੇ ਵੀਡੀਓ ਕਾਨਫਰੰਸ ਤੇ ਦੱਸਣ ਦੀ ਵੀ ਨਹੀਂ ਲੋੜ ਕਿ ਤੁਸੀਂ ਗੱਲ ਕਰ ਰਹੇ ਹੋ ਕਿਹਦੇ ਨਾਲ। ਔਰ ਦੇਖੋ, ਇੱਕ ਆਪਣੇ ਬੈਚਮੇਟ ਨੂੰ, ਮੈਂ ਇਹ ਨਹੀਂ ਕਹਿੰਦਾ ਬੜਾ ਅੱਛਾ ਅਫਸਰ ਹੋਣਾ, ਸਾਰੇ ਅਫਸਰ ਚੰਗੇ ਹੁੰਦੇ ਹੈ, ਆਪਣੇ ਬੈਚਮੇਟ ਨੂੰ ਤੁਸੀਂ ਸਪੈਸ਼ਲ ਸੈਕਟਰੀ ਪੁਲਿਸ IPS ਅਫਸਰ ਨੂੰ ਸਪੈਸ਼ਲ ਸੈਕਟਰੀ ਲਾ ਕੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬਿਠਾ ਦਿਓ, ਔਰ ਉਹ ਇੱਕ ਤਰ੍ਹਾਂ ਦਾ ਹੈਡ ਹੋ ਗਿਆ ਪੁਲਿਸ ਦਾ। DGP ਦਾ ਕੀ ਰੋਲ ਰਹਿ ਗਿਆ? DGP ਨਾਲੋਂ ਜੂਨੀਅਰ ਹੈ, ਪਰ ਇਹ ਬੈਠਾ ਚੀਫ ਮਿਨਿਸਟਰ ਦੇ ਦਫ਼ਤਰ 'ਚ, ਔਰ ਉੱਥੋਂ ਜੇ ਵੀਡੀਓ ਕਾਨਫਰੰਸ ਦਿੱਲੀ ਕਰ ਰਿਹਾ ਹੈ ਤਾਂ ਪੁਲਿਸ ਫੋਰਸ ਤਾਂ ਫਿਰ ਸਿੱਧੀ ਰਿਪੋਰਟ ਕਰ ਰਹੀ ਹੈ ਕੇਜਰੀਵਾਲ ਨੂੰ। ਇਹਦੇ ਨਾਲ ਹੀ ਜੁੜਿਆ ਸਵਾਲ ਉੱਠਦਾ ਹੈ ਕਿ ਭਗਵੰਤ ਮਾਨ ਨੂੰ ਕਿਉਂ ਲੱਦੀ ਫਿਰਦੇ ਆ? ਜਦ ਹਿਮਾਚਲ 'ਚ ਜਾਣਾ ਹੈ, ਉਹ ਹਲੇ ਇੱਥੇ ਸੈਟਲ ਡਾਊਨ ਤਾਂ ਹੋਇਆ ਨਹੀਂ ਪੰਜਾਬ 'ਚ, ਗੁਜਰਾਤ 'ਚ ਜਾਣਾ ਹੈ, ਉਹ ਨਾਲ ਹਲੇ ਕਿਹੜਾ ਇਲੈਕਸ਼ਨ ਆਈ ਹੈ ਉੱਥੇ। ਉਹਦੇ ਨਾਲ ਤੁਸੀਂ ਦੇਖਿਆ ਹੋਣਾ ਸਾਫਿਆਂ ਵਾਲੀ ਕਿੰਨੀ ਪੁਲਿਸ ਫੋਰਸ ਸੀ ਜੀ। ਕੇਜਰੀਵਾਲ ਨੂੰ ਤਾਂ ਮਿਲ ਨਹੀਂ ਸਕਦੀ ਪੁਲਿਸ ਫੋਰਸ। ਜੇ ਪੰਜਾਬ ਦਾ ਚੀਫ ਮਿਨਿਸਟਰ ਜਾਊਗਾ, ਤੁਸੀਂ ਪੰਜਾਬ ਦੀ ਪੁਲਿਸ ਫੋਰਸ ਵਰਤੀ ਜਾਓ ਸਿਕਿਉਰਿਟੀ ਲਈ। ਇਹ ਖਿਲੌਣਾ ਬਣਾ ਲਿਆ ਇਹਨਾਂ ਨੇ ਪੰਜਾਬ ਨੂੰ, ਜਿਹੜਾ ਕਿ ਗਲਤ ਹੈ, ਜਿਹਦੇ 'ਚ ਭਗਵੰਤ ਸਿੰਘ ਮਾਨ, ਆਈ ਡੋਨਟ ਨੋ ਉਹਨੂੰ ਭਗਵੰਤ ਮਾਨ ਕਿਉਂ ਕਹੀ ਜਾਂਦੇ ਹਲੇ ਵੀ, ਜਾਂ ਤਾਂ ਸਾਫਾ ਲਾ ਦੇ ਜਾਂ ਸਿੰਘ ਕਹਿਣਾ ਸ਼ੁਰੂ ਕਰ ਲੈ। ਇਹ ਸੂਬੇ ਦਾ ਗੁਰੂਆਂ ਦਾ ਇੱਥੇ ਪ੍ਰਚਾਰ ਰਿਹਾ ਹੈ, ਸਿੰਘ ਤਾਂ ਨਾਲ ਰੱਖੇ, ਕਮ ਸੇ ਕਮ ਹੈਂਡਲ ਹੋਵੇ ਉਹਦਾ। ਸੋ ਭਗਵੰਤ ਸਿੰਘ ਮਾਨ ਨੂੰ ਸਿੰਘੀ ਦਿਖਾਣੀ ਪੈਣੀ ਆਪਣੀ। ਜੇ ਇੰਜ ਹੀ ਚੱਲੀ ਗਿਆ ਕੰਮ ਤਾਂ ਇਹ ਤਾਂ ਕੈਪਟਨ ਸਾਹਿਬ ਨੂੰ ਕੀ ਇਲਜ਼ਾਮ ਲੱਗਦਾ ਸੀ ਕੈਪਟਨ ਸਾਹਿਬ ਤੇ? ਉਹ ਤਾਂ ਜੀ ਅਫਸਰਾਂ ਦੇ ਥਰੂ ਚਲਾਉਂਦੇ ਆ, ਆਪ ਨਹੀਂ ਮਿਲਦੇ। ਭਾਈ ਅਫਸਰ ਤਾਂ ਉਹਨਾਂ ਨੇ ਖੁਦ ਲਾਏ ਸੀ ਵੀ ਪੰਜਾਬੀ। ਇਹ ਅਫਸਰ ਤਾਂ ਦਿੱਲੀੋਂ ਲੱਗੇ ਨੇ, ਹੈ IAS ਕਾਡਰ ਦੇ, ਪੰਜਾਬੀ ਤਾਂ ਨਹੀਂ ਨਾ ਹੈਗੇ। ਤੇ ਫਿਰ ਕੈਪਟਨ ਸਾਹਿਬ ਨੇ ਕੀ ਗਲਤ ਕੀਤਾ ਸੀ? ਸੋ ਇਹ ਦੇਖੋ,
ਸਰਕਾਰ ਦੇ ਅੰਦਰ ਦੋ ਗੱਲ, ਇੱਕ ਤਾਂ ਠੀਕ ਗੱਲ ਕਰਨੀ, ਇੱਕ ਠੀਕ ਤਰੀਕੇ ਨਾਲ ਕਰਨੀ, ਉਹ ਨਹੀਂ ਪਰ ਸਰਦਾਰ ਨਿਹਾਇਤ ਜ਼ਰੂਰੀ ਹੁੰਦੀ ਹੈ। ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵਜ਼ਨਦਾਰ ਹੈ ਔਰ ਬਣਦੀ ਵੀ ਹੈ, ਨੈਤਿਕਤਾ ਵੀ ਇਹ ਕਹਿੰਦੀ ਤੇ ਮਰਿਆਦਾ ਵੀ ਇਹ ਕਹਿੰਦੀ ਹੈ ਕਿ ਇੱਕ ਤਰੀਕੇ ਨਾਲ ਚੱਲਿਆ ਜਾਵੇ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਭਗਵੰਤ ਮਾਨ ਆਪਣੀ ਸਿੱਖੀ ਦਿਖਾਵੇ, ਆਪਣੀ ਸਿੰਘਾਂ ਵਾਲੀ ਇੱਕ ਛਵੀ ਰੱਖੇ, ਤੁਹਾਡਾ ਮਤਲਬ ਹੈ ਉਹ ਇਸ ਤਰ੍ਹਾਂ ਦੇ ਅਨੈਤਿਕਤਾ ਜਿਹਨੂੰ ਤੁਸੀਂ ਤੁਹਾਡੀ ਭਾਸ਼ਾ 'ਚ ਉਹਦੇ ਵਿਰੁੱਧ ਖੜੇ। ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਲਈ ਇਹ ਸਥਿਤੀ ਸੁਖਾਵੀਂ ਹੋਊਗੀ ਉਸ ਵੇਲੇ ਜਦੋਂ ਤੁਹਾਡੇ ਆਪਣੇ ਭੱਥੇ 'ਚ 91 ਧੀਰ ਨੇ, ਤੁਹਾਡੇ ਕੋਲ 91 ਭਗਵੰਤ ਮਾਨ ਤੋਂ ਬਿਨਾਂ 91 ਹੋਰ ਐਮਐਲਏ ਨੇ, ਔਰ ਉਹਦੇ ਵਿੱਚ 2-4 ਦੀ ਬਲੀ ਦੇਣੀ ਜਾਂ ਲੈਣੀ ਕੇਜਰੀਵਾਲ ਸਾਹਿਬ ਨੂੰ ਕਿੰਨੀ ਕੁ ਔਖੀ ਹੈ? ਨੰਬਰ 1। ਨੰਬਰ 2, ਕਿ ਇਸ ਵੇਲੇ ਜਿਸ ਤਰ੍ਹਾਂ ਨਾਲ ਕੇਜਰੀਵਾਲ, ਕਿਉਂਕਿ ਟਰੈਕ ਰਿਕਾਰਡ ਹੈ ਜਦੋਂ ਤੋਂ ਉਹਨਾਂ ਨੇ ਪਾਰਟੀ ਬਣਾਈ ਹੈ, ਪਾਰਟੀ ਤੋਂ ਪਹਿਲਾਂ ਵੀ ਜਿੰਨੇ ਵੀ ਵੱਡੇ ਲੋਕ ਸੀਗੇ ਹੌਲੀ ਹੌਲੀ ਉਹ ਪਾਸੇ ਕਰਤੇ ਗਏ। ਤੁਹਾਨੂੰ ਲੱਗਦਾ ਵੀ ਕੋਈ ਇੰਨੀ ਜੁਰਤ ਕਰ ਪਾਊਗਾ ਜਿਹੜਾ ਉਹਨਾਂ ਦੇ ਖਿਲਾਫ ਖੜ ਸਕੇ, ਜਾਂ ਉਹਨਾਂ ਦੀ ਪੈੜ ਦੇ ਵਿੱਚ ਪੈਰ ਨਾ ਰੱਖੇ ਤੇ ਉਹ ਰਹਿ ਜੇ ਪਾਰਟੀ 'ਚ, ਤੇ ਫਿਰ ਉਹ ਮੁੱਖ ਮੰਤਰੀ ਰਹਿ ਜੇ? ਤੁਹਾਨੂੰ ਲੱਗਦਾ ਕਿਉਂਕਿ ਇੱਕ ਬੰਦਾ, ਇੱਕ ਵਿਅਕਤੀ ਉਹ ਅੱਗੇ ਵੱਧ ਰਿਹਾ ਤੇ ਉਹਨੂੰ ਰੋਕਣਾ ਕਿੰਨਾ ਕੁ ਸੰਭਵ ਹੋ ਸਕਦਾ ਜੀ? ਦੇਖੋ, ਦੋ ਗੱਲਾਂ ਕਹੂੰਗਾ। UPA 2, ਮਨਮੋਹਨ ਸਿੰਘ ਦਾ UPA 1 ਦੇ ਬਾਅਦ ਜਿੱਤ ਕੇ ਆਈ ਕਾਂਗਰਸ ਜ਼ਿਆਦਾ ਸੀਟਾਂ ਲੈ ਕੇ ਵਾਪਸ। UPA 2 ਕਿਉਂ ਫੇਲ ਹੋਇਆ? ਜਦ ਬਣਦਿਆਂ ਹੀ ਸੋਨੀਆ ਗਾਂਧੀ ਨੇ ਪ੍ਰਣਾਬ ਮੁਖਰਜੀ ਨੂੰ ਵਿੱਤ ਮੰਤਰੀ ਲਾਤਾ। ਪ੍ਰਣਾਬ ਮੁਖਰਜੀ ਇਹਨਾਂ ਦਾ ਬੌਸ ਰਿਹਾ ਸੀ ਮਨਮੋਹਨ ਸਿੰਘ ਦਾ। ਮਨਮੋਹਨ ਸਿੰਘ ਚੁੱਪ ਰਹੇ, ਕੁਰਸੀ ਤੇ ਬੈਠੇ ਰਹੇ। ਜੇ ਉਸ ਵੇਲੇ ਜਾ ਕੇ ਕਹਿੰਦੇ, ਦੇਖੋ ਜੀ ਮੇਰੇ ਕੋਲ ਇੱਕੋ ਹੀ ਗੱਲ ਹੈ ਕਿ ਮੈਂ ਇਕਨੋਮਿਸਟ ਹਾਂ, ਮੈਂ ਕੋਈ ਬਹੁਤ ਵੱਡਾ ਬੁਲਾਰਾ ਨਹੀਂ, ਮੇਰਾ ਕੋਈ ਬਹੁਤ ਕਨੈਕਸ਼ਨ ਨਹੀਂ ਪਬਲਿਕ ਦੇ ਨਾਲ, ਜੇ ਤੁਸੀਂ ਨੰਬਰ 1 ਕੇਜਰੀਵਾਲ ਦਿੱਲੀੋਂ ਰੱਸੀ ਖਿੱਚ ਕੇ ਕਠਪੁਤਲੀਆਂ ਨਚਾਏਗਾ ਇੱਥੇ, ਨੰਬਰ 2 ਪੰਜਾਬ ਨੂੰ ਸੀੜੀ ਬਣਾਏਗਾ ਆਪਣੀ ਅੱਗੇ ਉੱਤੇ ਚੜਨ ਦੀ ਕੇਂਦਰ ਦੇ ਵਿੱਚ, ਉਹ ਉਸ ਗਲਤੀ ਤੋਂ ਸ਼ੁਰੂ ਹੋਏ। ਭਾਵੇਂ ਮਨਮੋਹਨ ਸਿੰਘ ਜੋ ਮਰਜ਼ੀ ਕਹੀ ਜਾਣ, ਜੇ ਉਸ ਵੇਲੇ ਕਹਿ ਦਿੰਦੇ ਜੀ ਆਹ ਕੁਰਸੀ ਖਾਲੀ ਹੈ, ਪ੍ਰਣਾਬ ਮੁਖਰਜੀ ਨੂੰ ਇੱਥੇ ਬਿਠਾ ਲਓ, ਔਰ ਜਾਂ ਮੈਂ ਆਪਣੇ ਮਰਜ਼ੀ ਦਾ ਫਾਈਨੈਂਸ ਮਿਨਿਸਟਰ ਲਾਉਂਗਾ, ਤਾਂ ਸ਼ਾਇਦ ਜਿਹੜੇ ਸਕੈਂਡਲ ਬਣੇ, ਜੋ ਕੁਝ ਹੋਇਆ, ਫਾਈਨੈਂਸ ਮਿਨਿਸਟਰ ਦਾ ਬਹੁਤ ਵੱਡਾ ਹੱਥ ਹੁੰਦਾ, ਫਾਈਲਾਂ ਉੱਥੇ ਜਾਂਦੀਆਂ, ਉਹ ਸ਼ਾਇਦ ਨਾ ਹੁੰਦਾ। ਦੂਜਾ ਮੈਂ ਤੁਹਾਨੂੰ ਦੱਸਾਂ, ਗਿਆਨੀ ਜੀ ਤੇ ਮੈਂ ਹੁਣੇ ਪ੍ਰੈਜ਼ੀਡੈਂਸੀ ਤੇ ਕਿਤਾਬ ਲਿਖ ਰਿਹਾ, ਇਕੱਲੇ ਗਿਆਨੀ ਜੀ ਤੇ ਨਹੀਂ, ਜਦੋਂ ਬਣਾਇਆ ਸੀ ਉਹਨਾਂ ਨੇ, ਉਹਨਾਂ ਦੀ ਬਹੁਤ ਜ਼ਿਆਦਾ ਇਸ ਗੱਲ ਤੇ ਲੋਕਾਂ ਨੇ ਕਿਹਾ ਬਹੁਤ ਗਲਤ ਕੀਤਾ। ਗਿਆਨੀ ਨੇ ਕਿਹਾ ਜੇ ਮੈਨੂੰ ਇੰਦਰਾ ਗਾਂਧੀ ਝਾੜੂ ਵੀ ਕਹੂ ਤੇ ਮੈਂ ਫੇਰ ਦੂੰ। ਉਹੀ ਗਿਆਨੀ ਜੀ ਨੇ ਪਿਛਲੇ 7 ਮਹੀਨਿਆਂ 'ਚ ਨੱਕ ਰਗੜਵਾਤਾ ਰਾਜੀਵ ਗਾਂਧੀ ਦਾ। ਰਾਜੀਵ ਗਾਂਧੀ ਨੂੰ ਇਹ ਲੱਗਦਾ ਸੀ ਮੈਨੂੰ ਕੱਢ ਨਾ ਦੇਣ ਕਿਧਰੇ, ਉਹਨਾਂ ਨੇ ਇਹ ਨਹੀਂ ਸੀ ਸੋਚਿਆ, ਰਾਜੀਵ ਜ਼ਲੀਲ ਕਰਦਾ ਰਿਹਾ ਇਹਨਾਂ ਨੂੰ 2 ਸਾਲ, ਉਹਨੇ ਇਹ ਨਹੀਂ ਸੀ ਸੋਚਿਆ ਜ਼ਲੀਲ, ਇਹਦੀ ਵੀ ਕੋਈ ਇੱਕ ਹੱਦ ਹੁੰਦੀ ਹੈ। ਕੋਈ ਵੀ ਪੋਲੀਟੀਸ਼ੀਅਨ, ਕੋਈ ਵੀ ਬੰਦਾ, ਤੁਸੀਂ ਇੱਕ ਹੱਦ ਕ੍ਰਾਸ ਕਰ ਲਓ ਤਾਂ ਉਹ ਖੜਾ ਹੋ ਸਕਦਾ ਹੈ, ਕਿਉਂਕਿ ਉਹ ਵੀ ਭਗਵੰਤ ਸਿੰਘ ਮਾਨ, ਉਹ ਵੀ ਇੱਥੋਂ ਦੇ ਲੋਕਾਂ ਦੇ ਦਾਅਵੇ ਦਾ, ਉਹਨਾਂ ਦੇ ਜਵਾਬਦਾਰ, ਜਵਾਬ ਦੇਣ ਉਹਨਾਂ ਨੂੰ, ਉਹਨਾਂ ਤੋਂ ਜਵਾਬ ਪੁੱਛਣਗੇ ਨਾ, ਕੇਜਰੀਵਾਲ ਤੋਂ ਥੋੜੀ ਪੁੱਛਣਗੇ, ਉਹ ਤਾਂ ਕੈਮਰੇ ਦੇ ਪਿੱਛੇ ਛੁਪਿਆ ਰਹੂਗਾ ਰਿਮੋਟ ਵਾਲੇ ਦੇ। ਲੇਕਿਨ ਜਵਾਬ ਤਾਂ ਮਾਨ ਸਾਹਿਬ ਨੂੰ ਦੇਣਾ ਪੈਣਾ। ਇਹ ਹੁਣ ਮਾਨ ਸਾਹਿਬ ਨੇ ਤੈਅ ਕਰਨਾ, ਇਹਨਾਂ ਨੇ ਕਠਪੁਤਲੀ ਬਣਨਾ ਹੈ ਜਾਂ ਇਹਨਾਂ ਨੇ ਦਿਖਾਉਣਾ ਕਿ ਨਹੀਂ ਮੈਂ ਜਿੱਤ ਕੇ ਆਇਆ, ਮੇਰਾ ਵੀ ਯੋਗਦਾਨ ਹੈ, ਪੰਜਾਬ ਨੇ ਮੈਨੂੰ ਵੀ ਵੋਟਾਂ ਪਾਈਆਂ। ਜੇ ਇਹਨਾਂ ਨੂੰ ਨਾ ਵੋਟਾਂ ਪੈਂਦੀਆਂ ਹੁੰਦੀਆਂ ਤਾਂ ਬਣਾਉਂਦੇ ਕਿਉਂ? ਇਹਨਾਂ ਨੂੰ ਤਾਂ ਬਣਾਇਆ ਲਾਸਟ ਮਿੰਟ ਹੈ, ਨਹੀਂ ਕੰਮ ਚੱਲ ਰਿਹਾ ਸੀ ਨਾ ਆਮ ਆਦਮੀ ਪਾਰਟੀ ਦਾ, ਤਾਂ ਲਿਆਏ ਭਗਵੰਤ ਮਾਨ ਨੂੰ। ਇਹ ਇਹਨਾਂ ਨੇ ਤੈਅ ਕਰਨਾ। ਅਸੀਂ ਤਾਂ ਕਹਿ ਨਹੀਂ ਸਕਦੇ, ਅਸੀਂ ਤਾਂ ਉਂਗਲੀ ਉਠਾ ਕੇ ਦੱਸ ਸਕਦੇ ਹਾਂ ਕਿ ਇਹ ਨਾ ਕਰੋ। ਇਹ ਪੰਜਾਬ ਦੇ ਚੀਫ ਮਿਨਿਸਟਰ ਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ, ਔਰ ਪੰਜਾਬ ਉੱਠ ਪਏਗਾ। ਜਿਹੇ ਜੇ 92 ਉਹਨਾਂ ਨੇ ਦਿੱਤੇ ਹੈ, ਉਹ ਖਿੱਚਦੇ ਵੀ ਉਨੀ ਜਲਦੀ ਹੈ ਫਿਰ, ਜੇ ਉਹਨਾਂ ਨੂੰ ਇਹ ਲੱਗੇ ਸਾਡੀ ਇੱਜ਼ਤ ਨਹੀਂ ਕਰਵਾ ਰਿਹਾ। ਜੀ, ਤੁਹਾਡਾ ਮਤਲਬ ਇੰਨਾ ਹੈ ਕਿ ਜੇਕਰ ਕੇਜਰੀਵਾਲ ਸਾਹਿਬ ਨੇ ਦੂਜੀਆਂ ਸਟੇਟਸ ਦੇ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਭਗਵੰਤ ਮਾਨ ਲਾਉਣਾ ਉਹਨਾਂ ਆਸਾਨ ਨਹੀਂ। ਜੇ ਭਗਵੰਤ ਮਾਨ ਥੋੜਾ ਜਿਹਾ ਲੱਤ ਡਾ ਕੇ ਖੜਨ, ਜੇਕਰ ਉਹ ਆਪਣੀ ਗਰਿਮਾ, ਆਪਣੀ ਜਿਹੜੀ ਪੰਜਾਬੀਅਤ ਵਾਲੀ ਅਣਖ ਹੈ, ਜੇ ਉਹਦੇ ਨਾਲ ਖੜ ਗਏ ਕਿ ਨਹੀਂ ਮੇਰਾ ਅਖਤਿਆਰ ਹੈ, ਮੇਰੀ ਅਫਸਰਸ਼ਾਹੀ, ਮੇਰਾ ਅਖਤਿਆਰ ਹੈ ਸਟੇਟ ਦੇ ਫੈਸਲੇ ਲੈਣੇ, ਤੇ ਮੇਰਾ ਅਖਤਿਆਰ ਹੈ ਆਪਣੇ ਸਾਰੇ ਐਮਐਲਏਸ ਤੇ ਮੰਤਰੀਆਂ ਨੂੰ ਕੰਟਰੋਲ ਰੱਖਣਾ ਜਾਂ ਉਹਨਾਂ ਦੇ ਉੱਤੇ ਨਜ਼ਰ ਰੱਖਣੀ, ਤੇ ਉਸ ਸਥਿਤੀ ਦੇ ਵਿੱਚ ਘੱਟੋ ਘੱਟ ਅਗਲੀਆਂ 2-3 ਇਲੈਕਸ਼ਨਸ ਤੱਕ ਕੇਜਰੀਵਾਲ ਭਗਵੰਤ ਮਾਨ ਨੂੰ ਛੇੜ ਨਹੀਂ ਸਕਣਗੇ, ਲਾਉਣਾ ਤਾਂ ਔਖਾ ਹੈ। ਸੋ ਇਹ ਮੈਨੂੰ ਲੱਗਦਾ ਤੁਹਾਡੀ ਜਿਹੜੀ ਮੇਨ ਉਹਦੇ ਚੋਂ ਮੈਨੂੰ ਨਜ਼ਰ ਆ ਰਹੀ ਸੀ ਕਿ ਇਹ ਇਸ ਤਰ੍ਹਾਂ ਸੰਭਵ ਹੈ
ਸੋ ਭਗਵੰਤ ਮਾਨ ਜੇ ਥੋੜੀ ਜਿਹੀ ਜ਼ੁਰਤ ਨਾਲ ਚੱਲਣ ਤੇ ਉਹਨਾਂ ਨੂੰ ਫ੍ਰੀ ਹੈਂਡ ਮਿਲ ਸਕਦਾ। ਇਹ ਹਮੇਸ਼ਾ ਹੀ ਹੁੰਦਾ। ਦੇਖੋ ਪਾਕਿਸਤਾਨ 'ਚ ਫੌਜ ਲਈ ਆਈ ਸੀ ਇਮਰਾਨ ਖਾਨ ਨੂੰ, ਉਹਨੂੰ ਕੱਢ ਦਿੱਤਾ ਫੌਜ ਨੇ। ਕੱਲ ਉਹਨੇ ਜਿਹੜੀਆਂ ਲੇਕਿਨ ਉਹ ਅੱਖਾਂ ਦਿਖਾਉਂਦਾ ਬਾਹਰ ਗਿਆ। ਔਰ ਕੱਲ ਜਿਹੜੀਆਂ ਰੈਲੀਜ਼ ਹੋਈਆਂ ਉਹਦੀ ਸਪੋਰਟ 'ਚ, ਉਹ ਸ਼ਰੀਫ ਫੈਮਿਲੀ ਵੀ ਤੇ ਭੁੱਟੋ ਫੈਮਿਲੀ ਵੀ ਉਹ ਦੇਖਣਗੇ ਤੇ ਫੌਜ ਵੀ ਦੇਖਦੀ ਹੋਣੀ ਹੈ ਕਿ ਇਹ ਅੱਗੋਂ ਨਾਲੋਂ ਵੱਧ ਕੇ ਨਾ ਆ ਜਾਏ ਬਾਹਰ। ਫਿਰ ਤੁਸੀਂ ਯੂਕਰੇਨ 'ਚ ਲਓ, ਉਹ ਵੀ ਭਗਵੰਤ ਮਾਨ ਦੀ ਤਰ੍ਹਾਂ ਹਸੀ ਮਜ਼ਾਕ ਕਰਦਾ ਸੀ ਟੈਲੀਵਿਜ਼ਨ ਤੇ। ਜ਼ੈਲੈਂਸਕੀ, ਉਹ ਮੇਰੇ ਖਿਆਲ ਪੁਤਿਨ ਸਾਹਿਬ ਰੂਸ ਦੇ ਪ੍ਰਧਾਨ ਰਾਸ਼ਟਰਪਤੀ ਨੇ ਸੋਚਿਆ ਕਿ ਐਵੇਂ ਮਜ਼ਾਕੀਆ ਜਾਏ, ਇਹਨੇ ਕੀ ਕਰਨਾ, ਉਹ ਅੜ ਗਿਆ। ਉੱਥੋਂ ਦਾ ਚਰਚਲ ਬਣ ਗਿਆ ਉਹ ਜੀ। ਉਹ ਐਡਾ ਪਪੂਲਰ ਹੋ ਗਿਆ ਉਹ। ਜਦ ਉਹਨੂੰ ਅਮਰੀਕਨਾਂ ਨੇ ਕਿਹਾ ਕਿ ਤੈਨੂੰ ਕੱਢ ਲੈਨੇ ਆ ਕੀਵ ਚੋਂ, ਕਹਿੰਦਾ ਮੈਨੂੰ ਊਬਰ ਨਹੀਂ ਚਾਹੀਦੀ, ਮੈਨੂੰ ਹਥਿਆਰ ਭੇਜੋ। ਦੇਖੋ ਅੜ ਗਿਆ। ਅੜਿਆ ਤਾਂ ਪੁਤਿਨ ਨੂੰ ਵੀ ਦੇਖੋ ਉੱਥੋਂ ਫੌਜਾਂ ਕੀਵ ਤੋਂ ਵਾਪਸ ਲੈਣੀਆਂ ਪਈਆਂ। ਕੀਵ ਨਹੀਂ ਗਿਰਿਆ, ਉਹਨਾਂ ਦੀ ਰਾਜਧਾਨੀ ਨਹੀਂ ਗਿਰੀ। ਸੋ ਅੱਜ ਭਗਵੰਤ ਸਿੰਘ ਮਾਨ ਨੂੰ ਆਪਣੀ ਰਾਜਧਾਨੀ 'ਚ ਖੜੇ ਹੋ ਕੇ ਜ਼ੈਲੈਂਸਕੀ ਬਣਨਾ ਪਊਗਾ, ਨਹੀਂ ਤਾਂ ਫਿਰ ਇਤਿਹਾਸ ਕਹੇਗਾ ਆਇਆ ਜੈਸੇ ਆਏ ਵੈਸੇ ਗਏ। ਤੁਹਾਡਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਸਿਰਫ ਮੁੱਖ ਮੰਤਰੀ ਦੀ ਕੁਰਸੀ ਲੈਣ ਤੱਕ ਹੀ ਸੀਮਤ ਸੀਗੇ ਤਾਂ ਉਹ ਤਾਂ ਫਿਰ ਕਠਪੁਤਲੀ ਵਾਲੀ ਗੱਲ ਹੈਗੀ ਆ। ਲੇਕਿਨ ਹੁਣ ਇਸ ਵੇਲੇ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੇ ਸੰਕਟ ਸਰਦਾਰ ਸਾਹਿਬ ਖੜੇ ਨੇ ਕਿ ਜੇਕਰ ਕੇਜਰੀਵਾਲ ਸਾਹਿਬ ਦੀ ਕੇਂਦਰ ਦੇ ਨਾਲ ਟਕਰਾ ਰਹਿੰਦੀ ਹੈ, ਜੇ ਸਿਖਰਲੀ ਕੁਰਸੀ ਲਈ ਲੜਾਈ ਹੈ, ਤਾਂ ਸਿਖਰਲੀ ਕੁਰਸੀ ਮੌਜੂਦਾ ਦੌਰ 'ਚ ਪੰਜਾਬ ਨੂੰ ਸਪੋਰਟ ਕਿਉਂ ਦੇਊ? ਸਾਨੂੰ ਸਭ ਤੋਂ ਜ਼ਿਆਦਾ ਆਰਥਿਕ ਤੌਰ ਤੇ ਕੇਂਦਰ ਵੱਲ ਦੇਖਣਾ ਪੈਂਦਾ। ਔਰ ਉਸ ਤੋਂ ਵੀ ਵੱਡੀ ਗੱਲ ਆ ਕਿ ਸਾਡੀਆਂ ਫਸਲਾਂ ਚੱਕਣ ਤੋਂ ਲੈ ਕੇ, ਸਾਡੀਆਂ ਬਿਜਲੀ ਦੇ ਕੋਲੇ ਤੋਂ ਲੈ ਕੇ, ਸਾਡੇ ਜਿਹੜੇ ਅੰਤਰਰਾਜੀ ਮਾਮਲੇ ਉਹਨਾਂ ਦੇ ਵਿੱਚ ਕੇਂਦਰ ਦਾ ਦਖਲ ਆ। ਤੇ ਜੇ ਕੇਜਰੀਵਾਲ ਸਾਹਿਬ ਦਾ ਟਕਰਾਅ ਮੋਦੀ ਸਾਹਿਬ ਨਾਲ ਰਹਿੰਦਾ ਹੈ ਤਾਂ ਐਸੀ ਸਥਿਤੀ 'ਚ ਪੰਜਾਬ ਲਈ ਸਰਵਾਈਵ ਕਰਨਾ ਔਖਾ ਹੈ, ਜਦੋਂ ਕਿ ਸਾਨੂੰ ਲੋਕ ਲੁਭਾਉਣੇ, ਆਪਣੇ ਜਿੰਨੇ ਵੀ ਗਰੰਟੀਆਂ ਦੇਣੀਆਂ ਵੀ ਪੈਣੀਆਂ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਵੀ ਕਰਨੇ ਪੈਣੇ। ਉਸ ਸਥਿਤੀ ਦੇ ਵਿੱਚ ਸਟੇਟ ਅੱਗੇ ਵਧੂ ਕਿਵੇਂ? ਆਪਣੇ ਲੋਕਾਂ ਦੇ ਉੱਤੇ ਅਸੀਂ ਪਪੂਲਰ ਸੋਚ ਰੱਖ ਕੇ ਕੋਈ ਟੈਕਸ ਲਾਉਣਾ ਨਹੀਂ, ਸਾਡਾ ਕੋਈ ਬਹੁਤਾ ਸਰੋਤ ਵਧਿਆ ਨਹੀਂ, ਕੋਈ ਲੀਕੇਜ ਬੰਦ ਨਹੀਂ ਹੋਈ, ਕੋਈ ਮਾਈਨਿੰਗ ਤੋਂ ਲੈ ਕੇ ਬਾਕੀ ਚੀਜ਼ਾਂ ਅੱਗੇ ਨਾਲੋਂ ਰੇਟ ਇਸ ਕਰਕੇ ਵੱਧ ਗਏ ਕਿਉਂਕਿ ਗੈਰ ਕਾਨੂੰਨੀ ਜਿਹੜੀ ਸੀ ਉਹ ਬੰਦ ਹੋ ਗਈ ਤੇ ਜਾਇਜ਼ ਜਿਹੜੀ ਆ ਉਹ ਉਹਨੇ 'ਚ ਵਾਰਾ ਨਹੀਂ ਖਾਂਦੀ, ਲੋਕ ਕਹਿੰਦੇ ਆ। ਸੋ ਤੁਹਾਨੂੰ ਲੱਗਦਾ ਹੈ ਕਿ ਆਪਾਂ ਅਧਵਾਟੇ ਜੇ ਖੜ ਗਏ ਆ, ਆਪਾਂ ਜਿਸ ਚੁਰਾਹੇ ਤੇ ਆ ਉੱਥੋਂ ਰਾਹ ਨਹੀਂ ਲੱਭਦਾ ਕਿੱਧਰ ਨੂੰ ਤੁਰੀਏ। ਇੱਕ ਪਾਸੇ ਟਕਰਾਅ ਹੈ, ਦੂਜੇ ਬੰਨੇ ਸਾਨੂੰ ਸਰਵਾਈਵਲ ਲਈ ਉਸੇ ਟਕਰਾਅ ਚੋਂ ਕੁਝ ਲੈਣਾ ਵੀ ਪੈਣਾ, ਹੱਥ ਵੀ ਡਾਉਣਾ ਪੈਂਦਾ। ਕਿਸੇ ਦੀ ਬਾਂਹ ਮਰੋੜ ਕੇ ਤੇ ਆਪਾਂ ਲੈ ਨਹੀਂ ਸਕਦੇ ਸਰਦਾਰ ਸਾਹਿਬ ਕੁਝ। ਕੀ ਕਹਿੰਦੇ? ਬਿਲਕੁਲ ਠੀਕ ਕਿਹਾ ਤੁਸੀਂ। ਤੇ ਦੇਖੋ ਚੁੰਡੀਆਂ ਵੰਡਣੀਆਂ ਤਾਂ ਸ਼ੁਰੂ ਕਰ ਲਈਆਂ ਬੀਜੇਪੀ ਨੇ। ਚੰਡੀਗੜ੍ਹ 'ਚ ਪੇ ਸਕੇਲ ਦੇਤੀਆਂ ਕਿ ਇਹ ਤਾਂ ਦਿੱਲੀ ਵਾਲਿਆਂ ਦੇਵਾਂਗੇ ਤਾਂ ਕਿ ਇੱਥੋਂ ਦੇ ਭੜਕ ਜਾਣ ਜਿਹੜੇ EMPLOYEES ਨੇ। ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਉਹ ਬਦਲ ਦਿੱਤਾ। ਫਿਰ ਪਾਣੀਆਂ ਦਾ ਮੁੱਦਾ ਸ਼ੁਰੂ ਕਰਨਗੇ, ਹਲੇ ਤਾਂ ਚੰਡੀਗੜ੍ਹ ਦਾ ਕੀਤਾ ਹੈ। ਉਹ ਚੁੰਡੀਆਂ ਵੱਡੀਆਂ ਸ਼ੁਰੂ ਕਰਨਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਟੱਕਰਾ ਇਹ ਕੇਜਰੀਵਾਲ ਹਰਿਆਣੇ 'ਚ ਤਾਂ ਸਿੱਧਾ ਟੱਕਰ ਲਏਗਾ ਹੀ ਲਏਗਾ, ਹਲੇ ਹਿਮਾਚਲ 'ਚ ਲੈ ਰਿਹਾ ਹੈ। ਜੇ ਭਗਵੰਤ ਸਿੰਘ ਮਾਨ ਥੋੜੇ ਆਪਣੇ ਪੈਰਾਂ ਤੇ ਖੜੇ ਹੋ ਕੇ ਇਹ ਲੱਗਦਾ ਕਿ ਸਾਰੀ ਗੱਲ ਕੇਜਰੀਵਾਲ ਦੀ ਨਹੀਂ ਮੰਨ ਰਹੇ, ਫਿਰ ਹੋ ਸਕਦਾ ਹੈ ਕਿ ਮੋਦੀ ਸਾਹਿਬ ਤੇ ਬੀਜੇਪੀ ਕਹੇ ਕਿ ਇਹਨੂੰ ਥੋੜਾ ਜਿਹਾ ਅਸੀਂ ਤਕੜਾ ਕਰੀਏ ਜੀ, ਕਿਉਂਕਿ ਇਹ ਪੰਜਾਬ ਲਈ ਸੋਚ ਰਿਹਾ, ਇਹ ਆਪ ਲਈ ਨਹੀਂ ਸੋਚ ਰਿਹਾ। ਉਹਦਾ ਥੋੜਾ ਫਾਇਦਾ ਹੋ ਸਕਦਾ, ਪੂਰਾ ਤਾਂ ਨਹੀਂ ਉਹ ਕਰਨਗੇ ਕਿਉਂਕਿ ਜੇ ਪੰਜਾਬ ਬਹੁਤ ਠੀਕ ਰਸਤੇ ਤੇ ਆਉਂਦਾ, ਕੇਜਰੀਵਾਲ ਕਹੇਗਾ ਦੇਖਿਆ ਮੈਂ ਸਟੇਟ ਠੀਕ ਕਰਤੀ। ਲੇਕਿਨ ਲੋਕਾਂ ਨੂੰ ਪਤਾ ਹੀ ਹੁੰਦਾ ਕੌਣ ਬੰਦਾ ਕੀ ਰੋਲ ਅਦਾ ਕਰ ਰਿਹਾ ਹੈ, ਤਾਂ ਉਹਦੇ 'ਚ ਥੋੜਾ ਜਿਹਾ ਬਚਾਅ ਹੋ ਸਕਦਾ ਹੈ। ਇਹਨਾਂ ਨੂੰ ਸਿੱਧੀ ਲਾਈਨ ਖੋਲਣੀ ਚਾਹੀਦੀ ਹੈ ਕੇਂਦਰ ਸਰਕਾਰ ਤਾਈਂ। ਉੱਥੇ ਮਿਨਿਸਟਰ ਇੱਕ ਵਾਰ ਤਾਂ ਮਿਲਿਆ ਹੈ, ਲੇਕਿਨ 50,000 ਕਰੋੜ ਨਾ ਮੰਗਣ ਜਾਣ। ਉੱਥੇ ਤੁਸੀਂ ਪਲਾਨ ਲੈ ਕੇ ਜਾਓ, ਪ੍ਰੋਜੈਕਟ ਲੈ ਕੇ ਜਾਓ। ਮੈਂ ਆਪ ਪੰਜਾਬ 'ਚ ਤਬਦੀਲੀ ਇੰਜ ਲਿਆਉਣੀ ਹੈ, ਫਿਰ ਕਿਉਂ ਨਹੀਂ ਬੀਜੇਪੀ ਅੱਗੇ ਨੂੰ ਜੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹੈ ਪੰਜਾਬ 'ਚ, ਤੁਸੀਂ ਮੁੱਦਿਆਂ ਤੇ ਜਾਓਗੇ ਉਹਨਾਂ ਕੋਲ। ਔਰ ਇਹੋ ਜਿਹੇ ਮੁੱਦੇ ਨਹੀਂ ਕਿ ਜੀ ਪਾਣੀ ਦੇ ਦਿਓ, ਫਲਾਣਾ ਦੇ ਦਿਓ। ਮੁੱਦੇ ਕਿ ਜੀ ਆ ਮੈਂ ਕਿਸਾਨੀ ਇੱਥੇ ਫਸਲਾਂ ਇੰਜ ਬਦਲਣੀਆਂ, ਇਹ ਮੈਨੂੰ ਇਸ ਤਰੀਕੇ ਨਾਲ ਚਾਹੀਦਾ ਹੈ। ਆਹ ਫਲਾਣਾ ਕਾਨੂੰਨ ਜਿਹੜਾ ਹੈ ਇਹਨੂੰ ਕਰੋ, ਤੁਸੀਂ ਸਾਡੇ ਟੈਕਸ ਥੋੜੇ ਘਟਾਓ। ਹਿਮਾਚਲ ਦੇ ਤੁਸੀਂ ਘਟਾ ਰੱਖੇ ਹੈ, ਇੰਡਸਟਰੀ ਉੱਥੇ ਚਲੀ ਗਈ ਸਾਰੀ। ਅਸੀਂ ਦੇਖੋ ਪੀੜਤ ਹਾਂ, ਅਸੀਂ ਬਾਰਡਰ ਤੇ ਹਾਂ। ਹੋ ਸਕਦਾ ਹੈ ਸ਼ਾਹਬਾਜ਼ ਸ਼ਰੀਫ ਦੇ ਆਉਣ ਨਾਲ ਹੋ ਸਕਦਾ ਹੈ ਉਹ ਕੋਸ਼ਿਸ਼ ਕਰਨਗੇ, ਕਿਉਂਕਿ ਇਮਰਾਨ ਖਾਨ ਅੜਚਨ ਬਣਿਆ ਹੋਇਆ ਸੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਜੀ। ਜੇ ਰਸਤਾ ਥੋੜਾ ਜਿਹਾ ਖੁੱਲ ਗਿਆ ਪਾਕਿਸਤਾਨ ਦੇ ਨਾਲ ਔਰ ਗੱਲ ਉਹ ਸ਼ੁਰੂ ਹੋ ਗਈ ਤਾਂ ਸਾਨੂੰ ਉਹਦਾ ਫਾਇਦਾ ਪਹੁੰਚੇਗਾ, ਟ੍ਰੇਡ ਖੁੱਲ ਜਾਏਗਾ ਸਰਹੱਦ ਦੇ ਨਾਲ ਨਾਲ। ਸਾਡੇ
ਇਹ ਤਾਂ ਉਲਟੇ ਪਾਸੇ ਜਾ ਰਿਹਾ, ਆ ਕੇ ਗਵਰਨਰ ਕਹਿ ਰਿਹਾ ਨਹੀਂ ਜੀ ਆਤੰਕਵਾਦ ਆ ਰਿਹਾ ਹੈ, ਇਹ ਆ ਰਿਹਾ ਹੈ। ਉਹ ਜੇ ਤੁਸੀਂ ਉਹ ਰੌਲਾ ਹੀ ਪਾਈ ਜਾਓਗੇ, BSF ਨੂੰ ਹੀ ਲਿਆਈ ਜਾਓਗੇ, ਸਿਕਿਉਰਿਟੀ ਫੋਰਸਿਸ ਦੀ ਉਹ ਮੀਟਿੰਗ ਕਰੀ ਜਾਓਗੇ, ਉਹਦੇ ਨਾਲ ਫਾਇਦਾ ਥੋੜੀ ਹੋਏਗਾ ਪੰਜਾਬ ਨੂੰ। ਇਹੋ ਜਿਹੇ ਬੰਦਿਆਂ ਨੂੰ ਤਾਂ ਅੱਖਾਂ ਦਿਖਾਓ, ਲੇਕਿਨ ਪੋਜ਼ਿਟਿਵ ਪ੍ਰਪੋਜ਼ਲਸ ਲੈ ਕੇ ਜਾਓ। ਤੁਸੀਂ ਕਹੋ ਜੀ ਗੱਲਬਾਤ ਕਰੋ ਪਾਕਿਸਤਾਨ ਦੇ ਨਾਲ। ਅਸੀਂ ਵੀ ਐਸ ਚੀਫ ਮਿਨਿਸਟਰ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ, ਸਾਡੇ ਪੰਜਾਬੀ ਪੁਰਾਣੇ ਭਰਾ ਹੈ ਨਾ, ਸਾਡੀ ਤਾਂ ਪੁਰਾਣਾ ਕਲਚਰ ਜੁੜਿਆ ਹੋਇਆ ਉਹਨਾਂ ਦੇ ਨਾਲ, ਜੋ ਮਰਜ਼ੀ ਸਰਹੱਦ ਹੋਵੇ। ਹਾਂ, ਉਹ ਤੁਸੀਂ ਬਿਲਕੁਲ ਠੀਕ ਹੋ। ਅੰਤਰਰਾਜੀ ਮਾਮਲੇ ਸ਼ਾਇਦ ਅਜੇ ਇਹਨਾਂ ਦੀ ਤਰਜੀਹ ਨਹੀਂ ਹੋਣਗੇ, ਨਾ ਕੇਂਦਰ ਇਹਨਾਂ ਨੂੰ ਉਸ ਨੁਕਤੇ ਨਾਲ ਵਜਨ ਹੀ ਦੇਊਗੀ, ਮੈਨੂੰ ਜੋ ਲੱਗਦਾ ਹੈ। ਲੇਕਿਨ ਮੈਂ ਇੱਥੇ ਲੋਕਲ ਇੱਕ ਮੇਰੇ ਕੋਲ ਉਦਾਹਰਨ ਹੈ ਬਹੁਤ ਵੱਡੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਇਤਿਹਾਸਕ ਯੂਨੀਵਰਸਿਟੀ ਹੈ। ਗੁਰੂ ਨਾਨਕ ਸਾਹਿਬ ਦੀ ਜਨਮ ਸ਼ਤਾਬਦੀ ਨਾਲ ਇਹ ਜੁੜਦੀ ਹੈ ਤੇ ਉੱਥੋਂ ਨਿਕਲ ਕੇ ਆਉਂਦੀ ਹੈ, ਉੱਥੋਂ ਹੀ ਇਹਦੀ ਸਥਾਪਨਾ ਹੁੰਦੀ ਹੈ। ਜਿਹੜੇ ਮੌਜੂਦਾ ਵਾਈਸ ਚਾਂਸਲਰ ਨੇ ਡਾਕਟਰ ਜਸਪਾਲ ਸਿੰਘ ਸੰਧੂ, ਉਹ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਧਿਆਨ 'ਚ ਰੱਖਦੇ ਆ। ਜਿਹੜੇ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸੈਕਟਰੀ ਸੀਗੇ ਤੇ ਉਹਨਾਂ ਦੀ ਭਾਰਤ ਸਰਕਾਰ ਦੇ ਬਹੁਤ ਸਾਰੇ ਮੰਤਰਾਲਿਆਂ ਦੇ ਵਿੱਚ ਚੰਗੀ ਨੇੜਤਾ। ਉਹਨਾਂ ਨੇ ਇੱਥੇ ਕਾਫੀ ਸੈਂਕੜੇ ਕਰੋੜ ਦੇ ਪ੍ਰੋਜੈਕਟ ਆਪਣੇ ਪੀਰੀਅਡ 'ਚ ਲੈਂਦੇ ਜਾ ਕੇ, ਉਹ ਵੱਖ-ਵੱਖ ਵਿਭਾਗਾਂ ਕੋਲੇ, ਭਾਵੇਂ ਉਹ ਖੇਡ ਨਾਲ ਸੰਬੰਧਿਤ ਹੈ, ਭਾਵੇਂ ਮੈਡੀਕਲ ਸਾਇੰਸ ਨਾਲ, ਉਹਨਾਂ ਨੇ ਬਹੁਤ ਸਾਰੇ, ਯੂਨੀਵਰਸਿਟੀ ਦਾ ਵਿਸਥਾਰ ਬਹੁਤ ਹੋਇਆ ਔਰ ਬਹੁਤੇ ਉਹਦੇ 'ਚੋਂ ਕੇਂਦਰੀ ਫੰਡ ਆ। ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਸੀਗਾ, ਤੁਸੀਂ ਤਾਂ ਜਾਣਕਾਰ ਹੋ ਕਿ ਭਗਵੰਤ ਸਿੰਘ ਮਾਨ ਆਪਣੀ ਸਾਰੀ ਅਫਸਰਸ਼ਾਹੀ ਨੂੰ, ਜਿਹੜੇ ਕਿ ਬਹੁਤ ਕਾਬਲ ਵੀ ਹੈ, ਉਹਨਾਂ 'ਚੋਂ ਬਹੁਤ ਸਾਰੇ ਅਫਸਰ ਤੁਸੀਂ ਜਾਣਦੇ ਹੀ ਹੋ ਬਹੁਤ ਕਾਬਲ ਨੇ, ਜੇ ਉਹਨਾਂ ਨੂੰ ਟਾਸਕ ਦਿੱਤੇ ਜਾਣ ਕਿ ਉਹ ਆਪਣੇ ਮਹਿਕਮੇ ਨਾਲ ਸੰਬੰਧਿਤ ਜਿੰਨੀਆਂ ਵੀ ਕੇਂਦਰੀ ਸਕੀਮਸ ਨੇ, ਜਿਨ੍ਹਾਂ ਦੇ ਵਿੱਚ ਬਹੁਤੀ ਸਟੇਟ ਨੂੰ ਹਿੱਸਾ ਵੀ ਨਹੀਂ ਪਾਉਣਾ ਪੈਂਦਾ, ਉੱਥੋਂ ਜੇਕਰ ਉਹ ਕੁਝ ਲੈ ਕੇ ਆ ਸਕਣ ਔਰ ਇੱਕ ਚੇਨ ਬਣ ਜਾਏ ਔਰ ਇੱਕ ਰੈਗੂਲਰ ਬੇਸਿਸ ਤੇ ਡਿਵੈਲਪਮੈਂਟ ਦੇ ਕਾਰਜ ਸ਼ੁਰੂ ਹੋ ਜਾਣ, ਜਿਹਦੇ ਵਿੱਚ ਸਿੱਧਾ ਕੁਝ ਮੰਗਣਾ ਵੀ ਨਹੀਂ ਪੈਂਦਾ। ਦੂਜੀ ਗੱਲ, ਜਿਹੜਾ 31,000 ਕਰੋੜ ਰੁਪਇਆ 2017 ਦੀ ਸਰਕਾਰ ਬਣਨ ਤੋਂ ਐਨ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਵਿੱਚ ਪੰਜਾਬ ਸਿਰ ਚੜ ਗਿਆ ਸੀਗਾ ਜੀ ਕਰਜ਼ਾ, ਉਹ 3 ਜਗ੍ਹਾ ਤੇ ਜਾਣਾ ਸੀ। ਇੱਕ ਬੈਂਕਾਂ ਨੇ ਹਿੱਸਾ ਦੇਣਾ ਸੀ, ਇੱਕ FCI ਨੇ, ਔਰ ਤੀਜਾ ਪੰਜਾਬ ਦੀਆਂ ਏਜੰਸੀਆਂ ਨੇ, ਪਰਚੇਜ ਜਿਹੜੀਆਂ ਪ੍ਰੋਕਿਉਰਮੈਂਟ ਏਜੰਸੀਜ਼ ਹੈਗੀਆਂ ਉਹਨਾਂ ਨੇ। ਸੋ ਉਹ ਜਿਹੜੇ ਨਾਇਨਸਾਫੀਆਂ ਹੋਈਆਂ, ਉਹਨਾਂ ਦੇ ਉੱਤੇ ਕੇਸ ਰੱਖੇ ਜਾ ਸਕਦੇ ਆ। ਪ੍ਰਧਾਨ ਮੰਤਰੀ ਕੋਲ ਮੁੱਖ ਮੰਤਰੀ ਆਪਣੇ ਸੰਬੰਧਿਤ ਮੰਤਰਾਲਿਆਂ ਦੇ ਮੰਤਰੀਆਂ ਦੇ ਨਾਲ ਜਾ ਕੇ ਨੌਕ ਕਰ ਸਕਦੇ ਆ ਜੀ। ਜਿਹੜਾ ਫਿਰ ਪੁਰਾਣਾ ਕੋਈ ਕਰਜ਼ ਚੜਿਆ, ਖਾੜਕੂਵਾਦ ਵੇਲੇ ਦਾ, ਅੱਤਵਾਦ ਵੇਲੇ ਦਾ ਕੋਈ ਕਰਜ਼ ਹੈ, ਜੇ ਉਹਦੀ ਵੀ ਅਜੇ ਕੋਈ ਪੁਰਾਣਾ ਬਕਾਇਆ ਰਹਿੰਦਾ ਜਾਂ ਕੁਝ ਹੈਗਾ, ਉਹ ਵੀ ਮਾਫ ਕਰਾਏ ਜਾ ਸਕਦੇ। ਸੋ 2-3 ਲੱਖ ਕਰੋੜ ਰੁਪਏ ਦੇ ਕਰਜ਼ ਜਿਹੜੇ ਵਿਆਜ ਭਰਨ ਦੀ ਬਜਾਏ, ਆਪਾਂ ਨੂੰ, ਤੁਹਾਨੂੰ ਲੱਗਦਾ ਕਿ ਤਰਤੀਬਵਾਰ ਆਪਣੀਆਂ ਤਰਜੀਹਾਂ ਸੈੱਟ ਕਰਨੀਆਂ ਚਾਹੀਦੀਆਂ, ਬਜਾਏ ਦੇ ਕਿ ਸਟੇਟਮੈਂਟਸ ਦਈਏ ਜਾਂ ਦੂਜੀਆਂ ਸਟੇਟਾਂ 'ਚ ਜਾਂ ਭਾਸ਼ਣਬਾਜ਼ੀ ਕਰੀਏ? ਕੀ ਕਹਿੰਦੇ ਹੋ? ਮੈਂ ਲੰਬੀ ਗੱਲ ਕਰਾਂ, ਮਾਫੀ ਚਾਹੁੰਦਾ। ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ ਰੰਧਾਵਾ ਸਾਹਿਬ, ਲੇਕਿਨ ਜੇ ਅਫਸਰਾਂ ਨੂੰ ਇਹ ਹੋਏਗਾ ਕਿ ਸਾਡੀ ਵੀਡੀਓ ਕਾਨਫਰੰਸ ਤਾਂ ਕੇਜਰੀਵਾਲ ਕਰ ਰਿਹਾ ਹੈ, ਉਹ ਭਗਵੰਤ ਸਿੰਘ ਮਾਨ ਦੀ ਗੱਲ ਕਿਉਂ ਸੁਣਨਗੇ? ਪਹਿਲਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਉਹਨਾਂ ਨੂੰ ਬਦਲ ਸਕਦਾ ਹੈ, ਉਹਨਾਂ ਦੀ ਅਦਲੀ ਬਦਲੀ ਦੇ ਬਾਅਦ ਉਹਨਾਂ ਨੂੰ ਚੰਗੀ ਮਾੜੀ ਪੋਸਟ ਦੇ ਸਕਦਾ ਹੈ। ਇਹ ਘੋੜਾ ਤਾਂ ਤੁਸੀਂ ਸਵਾਰ ਕਰ ਸਕਦੇ ਹੋ, ਜੇ ਘੋੜਾ ਸਵਾਰ ਤਾਂ ਕਰੇ ਹੋਏ, ਤੁਹਾਨੂੰ ਬਣਾ ਦੇਣ ਸਾਈਜ਼ ਕਿ ਭਾਈ ਇਹਨੂੰ ਦਾਣੇ ਦੂਣੇ ਪਾਈ ਚੱਲ ਤੂੰ, ਫੇਰ ਇਹ ਘੋੜੇ ਨੇ ਥੋਤੋਂ ਸਵਾਰੀ ਨਹੀਂ ਹੋਣਾ। ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਕਰਨੀ ਪੈਣੀ ਹੈ ਕਿ ਪੰਜਾਬ ਦਾ ਚੀਫ ਮਿਨਿਸਟਰ ਕੌਣ ਹੈ, ਫੈਸਲੇ ਕਿੱਥੇ ਲਏ ਜਾਣੇ ਨੇ, ਤਾਂ ਇਹ ਪਿੱਛੇ ਲੱਗੇਗੀ ਇਹਨਾਂ ਦੀ ਬਿਊਰੋਕ੍ਰੇਸੀ। 2-4 ਦੇ ਕੰਨ ਖਿੱਚਣੇ ਪੈਣੇ ਆ। ਪਰ ਇਹ ਬਿਲਕੁਲ, ਅੱਜ ਮੈਂ ਪੰਜਾਬੀ ਯੂਨੀਵਰਸਿਟੀ ਜਾ ਕੇ ਆਇਆ, ਉੱਥੇ ਇਸ ਗੱਲ ਤੇ ਸੈਮੀਨਾਰ ਸੀ, ਉਹਨਾਂ ਨੇ ਮੈਨੂੰ ਬੁਲਾਇਆ ਕਿ ਕੀ ਇੱਥੇ ਖੇਤਰੀ ਪਾਰਟੀ ਹੋਣੀ ਚਾਹੀਦੀ ਪੰਜਾਬ 'ਚ, ਕਿਉਂਕਿ ਆਪ ਤਾਂ ਖੇਤਰੀ ਪਾਰਟੀ ਹੈ ਨਹੀਂ ਜੀ। ਬੜੇ ਦਿਲਚਸਪ ਤਰੀਕੇ ਨਾਲ ਰਿਸਰਚ ਸਕਾਲਰਸ ਨੇ ਭਰਿਆ ਹੋਇਆ ਹਾਲ ਸੀ, ਸੈਨੇਟ ਹਾਲ, ਬੜੇ ਧਿਆਨ ਨਾਲ ਸੁਣੇ ਸਾਰੇ ਲੈਕਚਰ। ਬਿਲਕੁਲ ਇਸ ਗੱਲ ਤੇ ਸਹਿਮਤ ਹੋਈ ਕਿ ਪੰਜਾਬ ਨੂੰ ਕੇਂਦਰੀ ਪਾਰਟੀ ਚਾਹੀਦੀ ਹੈ, ਹੱਲੇ ਵੀ ਜਗ੍ਹਾ ਖਾਲੀ ਹੈ। ਜਾਂ ਤਾਂ ਭਗਵੰਤ ਸਿੰਘ ਮਾਨ ਆਪ ਦੇ ਪੰਜਾਬ ਯੂਨਿਟ ਨੂੰ ਕੇਂਦਰੀ ਪਾਰਟੀ ਦੀ ਤਰ੍ਹਾਂ ਵਿਵਹਾਰ ਸ਼ੁਰੂ ਕਰਨ, ਜਾਂ ਫਿਰ ਇਹ ਜਗ੍ਹਾ ਖਾਲੀ ਹੈ, ਸਾਡੇ ਵਰਗੇ ਲੈਣਗੇ, ਹੋਰ ਲੈਣਗੇ, ਇਹਨੂੰ ਭਰਨਗੇ ਜਗ੍ਹਾ ਨੂੰ, ਕਿਉਂਕਿ ਉਹ ਜਗ੍ਹਾ ਤਾਂ ਖਾਲੀ ਨਹੀਂ ਰਹਿ ਸਕਦੀ। ਤੇ ਦੂਜੀ ਗੱਲ ਹੈ, ਦੇਖੋ, ਜਿਵੇਂ ਹੁਣ ਮੈਂ ਕੱਲ ਦਿੱਲੀ ਸੀ, ਹੁਣ ਭਗਵੰਤ ਸਿੰਘ ਮਾਨ ਦਾ NDTV ਅੰਗਰੇਜ਼ੀ ਦੇ ਚੈਨਲਸ ਤੇ ਹਿੰਦੀ 'ਚ एडवर्टाइजमेंट वही आ रहा, नंबर थले लग गया, हमने खत्म कर दिया, हमने करप्शन को मुका दिया, ये नंबर करो, टेप करके भेजो। मैं सोचा ये अंग्रेजी के चैनल ते हिंदी क्यों बोल रहे भाई? तमिलनाडु कनाडा के मिनिस्टर जब अमित शाह ने कहा है जो थोनू अपनी भाषा के अलावा गल करनी है तो हिंदी च गल करो, और साउथ वाले ने कहा नहीं अस अपनी भाषा या अंग्रेजी च गल करांगे। अंग्रेजी चैनल ते जाके तुसीं हिंदी च गल कर रहे हो, क्यों कीती? क्योंकि उन्हां चैनल्स ने केजरीवाल नूं बिठा के लंबियां इंटरव्यूआं कीतियां।
ਤੁਸੀਂ ਜੀ ਪ੍ਰਧਾਨ ਮੰਤਰੀ ਕਦ ਬਣੋਗੇ? ਪੈਸੇ ਹੁਣ ਦਿੱਤੇ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਨੇ, ਔਰ ਉਹਦਾ ਫਾਇਦਾ ਉਠਾ ਰਿਹਾ ਕੇਜਰੀਵਾਲ ਕਿ ਮੈਂ ਪ੍ਰਧਾਨ ਮੰਤਰੀ ਕਦ ਬਣੂੰਗਾ। ਹੁਣ ਇਹ ਪੰਜਾਬ ਗਾਂ ਹੈ ਜਾਂ ਮੱਝ ਹੈ, ਇਹਨੂੰ ਚੋਈ ਚੱਲੋ। ਇਹ ਹੁਣ ਮਾਨ ਸਾਹਿਬ ਨੂੰ ਇਹ ਤੈਅ ਕਰਨਾ ਪੈਣਾ ਹੈ ਕਿ ਇਹ ਝੋਟਾ ਬਣ ਕੇ ਸਿੰਘ ਲੈ ਕੇ ਇਹਨਾਂ ਨੇ ਹਲ ਨੂੰ ਖਿੱਚਣਾ ਹੈ, ਜਾਂ ਇਹਨਾਂ ਨੇ ਗਾਂ ਜਾਂ ਮੱਝ ਬਣ ਕੇ ਖੜੇ ਰਹਿਣਾ, ਹੋਰ ਕੋਈ ਚੋਈ ਚੱਲੇ ਆ ਕੇ। ਇਹ ਤੈਅ ਕਰਨਾ ਪਏਗਾ, ਤਦ ਤਾਈਂ ਬਿਊਰੋਕ੍ਰੇਸੀ ਨਹੀਂ ਚੱਲੇਗੀ। ਬਾਬੂ ਤਾਂ ਇਸ਼ਾਰਾ ਦੇਖਦੇ, ਇਸ਼ਾਰਾ ਉਹ ਦੇਖਣਗੇ ਜੇ ਸਾਨੂੰ ਬਦਲਣ ਵਾਲਾ ਜਾਂ ਨੁਕਸਾਨ ਜਾਂ ਫਾਇਦਾ ਕਰਨ ਵਾਲਾ ਵੀਡੀਓ ਕੈਮਰੇ ਤੇ ਬੈਠਾ ਹੈ, ਉਹ ਫਿਰ ਵੀਡੀਓ ਕੈਮਰੇ ਤੇ ਗੱਲ ਕਰਨਗੇ। ਦੇਖੋ ਪ੍ਰਧਾਨ ਮੰਤਰੀ ਵੀ ਇਹ ਗਲਤ ਗੱਲ ਕਰਦੇ ਰਹੇ ਹੈ, ਮੈਂ ਕਿਹਾ ਵੀ ਹੈ ਅੱਗੇ, ਉਹ ਹਿੰਦੁਸਤਾਨ ਦੇ ਡੀਸੀਆਂ ਨਾਲ ਕਾਨਫਰੰਸ ਕਰਦੇ ਰਹੇ ਹੈ, ਜਿਹੜੀ ਕਿ ਗਲਤ ਗੱਲ ਹੈ। ਡੀਸੀ ਨੇ ਚੀਫ ਮਿਨਿਸਟਰਾਂ ਦੇ ਥੱਲੇ, ਉਹ ਚੀਫ ਮਿਨਿਸਟਰ ਨਾਲ ਗੱਲ ਕਰਨ ਜਾਂ ਚੀਫ ਮਿਨਿਸਟਰ ਦੇ ਮੌਜੂਦਗੀ 'ਚ ਉਹ ਡੀਸੀ ਨਾਲ ਗੱਲ ਕਰਨ। ਸਿੱਧੇ ਤੁਸੀਂ ਥੱਲੇ ਜਾ ਕੇ ਗੱਲ ਕਰਨ ਦਾ ਮਤਲਬ ਹੈ ਤੁਸੀਂ ਫੈਡਰਲਿਜ਼ਮ ਨੂੰ ਖਤਮ ਕਰ ਰਹੇ ਹੋ। ਜਿਹੜਾ ਫੈਡਰਲ ਢਾਂਚਾ ਹੈ ਇੰਡੀਆ ਦਾ, ਸੂਬੇ ਅਲੱਗ-ਅਲੱਗ ਨੇ, ਉਹਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ, ਇੱਕ ਜਗ੍ਹਾ ਤੋਂ ਰਾਜ ਚਲਾਉਣਾ ਚਾਹੁੰਦੇ ਹੋ। ਸੋ ਇਹ ਬੁਨਿਆਦੀ ਮੁੱਦੇ ਪਹਿਲਾਂ ਤੈਅ ਕਰਨੇ ਪੈਣੇ ਆ, ਨਹੀਂ ਤਾਂ ਇਹਨਾਂ ਤੋਂ ਇਹ ਚੱਲੇਗੇ ਨਹੀਂ, ਇਹ ਬਿਊਰੋਕ੍ਰੇਸੀ। ਬਿਲਕੁਲ ਠੀਕ ਹੈ, ਤੁਸੀਂ ਬੜੇ ਦਿਲਚਸਪ ਤਰੀਕੇ ਨਾਲ ਚੀਜ਼ਾਂ ਨੂੰ ਕੰਪਾਈਲ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਕਾਫੀ ਇਹਦੇ 'ਚ ਆਲੋਚਨਾ ਹੈ, ਸਾਨੂੰ ਵੀ ਆਲੋਚਨਾ ਸਹਿਣੀ ਪੈਣੀ ਆ, ਕਿਉਂਕਿ ਬਹੁਤ ਸਾਰੇ ਲੋਕ ਅਜੇ ਆਮ ਆਦਮੀ ਪਾਰਟੀ ਦੇ ਖਿਲਾਫ ਗੱਲ ਸੁਣਨ ਨੂੰ ਤਿਆਰ ਨਹੀਂ, ਔਰ ਇਹ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਵੀ ਨਹੀਂ। ਇਹ ਤਾਂ ਉਸ ਤਰੀਕੇ ਦੇ ਖਿਲਾਫ ਹੈ ਜਿਹਦੇ ਖਿਲਾਫ ਲੋਕਾਂ ਨੇ ਵੋਟ ਪਾਈ ਹੈ। ਲੋਕ ਚਾਹੁੰਦੇ ਸੀਗੇ ਕਿ ਇੱਥੇ ਸਟੇਟ ਦੇ ਵਿੱਚ ਬਦਲਾਅ ਆਵੇ, ਔਰ ਉਹ ਸਕਾਰਾਤਮਕ ਬਦਲਾਅ ਹੋਵੇ। ਤੁਸੀਂ ਠੀਕ ਸਾਰੀਆਂ ਗੱਲਾਂ ਕੀਤੀਆਂ, ਔਰ ਮੈਂ ਉਮੀਦ ਕਰਦਾ ਹਾਂ ਕਿ ਅਮੂਮਨ ਭਗਵੰਤ ਸਿੰਘ ਮਾਨ ਸਾਡੀਆਂ ਵੀਡੀਓਜ਼ ਨੂੰ ਸੁਣ ਲੈਂਦੇ ਆ। ਜੇਕਰ ਸੁਣਦੇ ਹੋਣ ਤੇ ਉਹ ਬੁਰਾ ਮੰਨਣ ਦੀ ਬਜਾਏ ਇਹ ਸਮਝਣ ਦਾ ਯਤਨ ਕਰਨ ਕਿ ਸਟੇਟ ਦੇ ਲੋਕ ਕੀ ਚਾਹੁੰਦੇ ਆ। ਅਦਰਵਾਈਜ਼ ਮੁੱਖ ਮੰਤਰੀ ਦਾ ਕਾਲ ਜਿਹੜਾ ਸਮਾਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੂਰਾ ਕੀਤਾ, ਖੱਟਿਆ ਕੁਝ ਨਹੀਂ ਉਹਨਾਂ ਨੇ, ਸਗੋਂ ਜਿਹੜੀ ਪਹਿਲੀ ਟਰਮ ਦੀ ਆਪਣੀ ਇੱਜ਼ਤ ਸੀ ਉਹ ਗਵਾ ਕੇ ਗਏ ਆ। ਤਾਂ ਇਹ ਬਹੁਤ ਅਹਿਮ ਹੁੰਦਾ ਹੈ ਕਿ ਤੁਹਾਨੂੰ ਸਮਾਂ ਕਿੰਨਾ ਮਿਲਿਆ ਤੇ ਉਸ ਸਮੇਂ ਦੇ ਵਿੱਚ ਤੁਸੀਂ ਕੀ ਕੁਝ ਕੀਤਾ। ਸੋ ਤੁਸੀਂ ਅੱਜ ਇੱਕ ਕਾਫੀ ਰਾਹ ਜਿਹਾ ਦੱਸਦਾ ਹੈ, ਮੈਨੂੰ ਲੱਗਦਾ ਇਹਦੇ ਉੱਤੇ ਕਾਫੀ ਪੈਸਾ ਹੋਣਗੀਆਂ। ਬਹੁਤ ਮਿਹਰਬਾਨੀ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ।